परम सत्कारयोग गुरु रूप साध संगत जी, जय गुरुदेव, धन गुरुदेव। गुरु प्यारी साध संगत जी, दुनिया दे उत्ते बहुत सारे महान महापुरुषों ने अवतार धारिया। उन्हां दे विचों एक सन सतगुरु स्वामी सरबण दास जी महाराज, जिन्हां दियां अपने सेवकां दे नाल अनेक तरह दियां लीला, अनेक तरह दियां घटनावां जिहड़ियां उन्हां दे सेवक सी जिहड़े उन्हां दे जीवन दे विच वापरीआं, जिहदे विच जे उन्हां नूं पढ़िया जावे, सुणिया जावे तां किस तरह उन्हां ने अपने सेवकां दी पैर पैर ते रखिया कीती और सेवकां दे कारज सवारे। सो अज ये जिहड़ी घटना दास आप सब संगतां दे नाल सांझी कर रिहा, ਉਹ सन सरदार लैंबर सिंह जी। लैंबर सिंह जी ਜਿਹੜੇ ਸੀ ਮਹੱਲਾ ਸੰਤੋਖਪੁਰਾ ਜਲੰਧਰ ਦੇ ਰਹਿਣ ਵਾਲੇ ਸੀ ਔਰ ਉਹਨਾਂ ਦੀ ਜੀਵਨ ਸਾਥਣ ਸੀ ਬੀਬੀ ਨਸੀਬ ਕੌਰ। ਦੋਨੋਂ ਜਿਹੜੇ ਜੀ ਸੀ ਸਤਿਗੁਰੂ स्वामी ਸਰਬਣ ਦਾਸ ਮਹਾਰਾਜ ਜੀ ਦੇ ਚਰਨ ਸੇਵਕ ਸੀ ਔਰ ਮਹਾਰਾਜ ਜੀ ਦੇ ਨਾਲ ਬਹੁਤ ਪ੍ਰੇਮ ਕਰਦੇ ਸੀ, ਬਹੁਤ ਪਿਆਰ ਸੀ। ਔਰ ਜਿਹੜੇ ਸਰਦਾਰ ਲਹਿੰਬਰ ਸਿੰਘ ਸੀ ਉਹ ਫੌਜ ਦੇ ਵਿੱਚ ਨੌਕਰੀ ਕਰਦੇ ਸੀ ਔਰ ਮੇਰਠ ਦੇ ਵਿੱਚ ਉਸ ਸਮੇਂ ਉਹਨਾਂ ਦੀ ਡਿਊਟੀ ਸੀ, ਜਿਸ ਸਮੇਂ ਦੀ ਇਹ ਘਟਨਾ ਹੈ। ਹੋਇਆ ਕਿ ਜਦੋਂ ਕਦੀ ਦਿਲ ਕਰਨਾ ਸਰਦਾਰ ਲਹਿੰਬਰ ਸਿੰਘ ਜੀ ਔਰ ਉਹਨਾਂ ਦੀ ਬੀਬੀ ਸਾਥਣ ਨਸੀਬ ਕੌਰ ਜੀ, ਉਹਨਾਂ ਨੇ ਮੇਰਠ ਤੋਂ ਸਿੱਧੇ ਹੀ ਮਹਾਰਾਜ स्वामी ਸਰਬਣ ਦਾਸ ਮਹਾਰਾਜ ਜੀ ਦੀ ਕੁਟੀਆ ਵਿਖੇ ਚਲੇ ਜਾਣਾ ਔਰ ਮਹਾਰਾਜ ਜੀ ਦੇ ਕੋਲ ਜਾ ਕੇ ਇੱਕ ਦੋ ਦਿਨ ਰਹਿ ਲੈਣਾ और अपने जीवन ਨੂੰ सफल बनाने की कोशिश करनी। सो एक बारी इसे तरह ਜਿਹੜੇ दोनों जी सी सरदार लहंबर सिंह जी और बीबी नसीब कौर और ਉਹਨਾਂ ਦਾ ਉਸ ਵੇਲੇ ਇੱਕ ਛੋਟਾ ਜਿਹਾ ਬੱਚਾ ਸੀ ਜਿਸ ਦਾ ਨਾਂ ਸੀ ਸੁਰਿੰਦਰ ਕੁਮਾਰ, ਉਹ ਵੀ ਨਾਲ ਸੀ। ਫੌਜ ਤੋਂ ਡਿਊਟੀ ਤੋਂ ਲਹਿੰਬਰ ਸਿੰਘ ਜੀ ਨੇ ਛੁੱਟੀ ਆਪਣੀ ਮਨਜ਼ੂਰ ਕਰਾਈ ਕਿ ਚਲੋ स्वामी ਸਰਬਣ ਦਾਸ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਆਈਏ। ਹੁਣ ਜਦੋਂ ਮੈਰਠ ਤੋਂ ਛੁੱਟੀ ਲੈ ਕੇ ਤੁਰ ਪਏ ਤਾਂ ਉਸ ਸਮੇਂ ਜਿਹੜਾ ਬਹੁਤ ਸਾਰੀਆਂ ਇੰਨੀ ਸਹੂਲਤਾਂ ਜਿਹੜੀਆਂ ਨਹੀਂ ਸੀ ਇੰਨੀਆਂ, ਜਿਵੇਂ ਕਿ ਬੱਸਾਂ ਦੀਆਂ ਸਹੂਲਤਾਂ। ਸੋ ਥੋੜੀ ਦੂਰ ਉਹਨਾਂ ਨੂੰ ਪੈਦਲ ਜਾਣਾ ਪੈਣਾ ਸੀ। ਪੈਦਲ ਜਾ ਕੇ ਗਾਹਾਂ ਰੇਲਵੇ ਸਟੇਸ਼ਨ ਸੀ, ਉਸ ਤੋਂ ਗੱਡੀ ਪਕੜਨੀ ਸੀ। ਔਰ ਹੋਇਆ ਕਿ ਜਦੋਂ ਰਸਤੇ ਦੇ ਵਿੱਚ ਉਹ ਜਾ ਰਹੇ ਸੀ, ਆਪਣੀ ਛਾਉਣੀ ਜਿਹੜੀ ਸੀ ਉਹਨਾਂ ਦੀ ਫੌਜੀਆਂ ਦੀ ਛਾਉਣੀ ਸੀ, ਉਸ ਤੋਂ ਜਦੋਂ ਤੁਰੇ ਤਾਂ ਰਸਤੇ ਦੇ ਵਿੱਚ ਇੱਕ ਦਰਿਆ ਆਉਂਦਾ ਸੀ ਔਰ ਦਰਿਆ ਜਿਹੜਾ ਸੀਗਾ ਔਰ ਦਰਿਆ ਦੇ ਉੱਪਰੋਂ ਦੀ ਇੱਕ ਗੱਡੀ ਦੀ ਲਾਈਨ ਜਿਹੜੀ ਉਹ ਨਿਕਲਦੀ ਸੀ ਔਰ ਉਹੀ ਇੱਕੋ ਇੱਕ ਪੁਲ ਸੀ ਉਸ ਦਰਿਆ ਨੂੰ ਪਾਰ ਕਰਨ ਦਾ। ਔਰ ਜਦੋਂ ਸਰਦਾਰ ਲਹਿੰਬਰ ਸਿੰਘ ਹੁਣੀ ਆਪਣੇ ਬੱਚੇ ਦੇ ਨਾਲ ਔਰ ਆਪਣੀ ਘਰ ਵਾਲੀ ਬੀਬੀ ਨਸੀਬ ਕੌਰ ਜੀ ਦੇ ਨਾਲ ਜਦੋਂ ਉਸ ਪੁਲ ਦੇ ਕੋਲ ਪਹੁੰਚੇ ਤਾਂ ਦੋ ਕੁ ਤਿੰਨ ਬੀਬੀਆਂ ਨਾਲ ਹੋਰ ਸੀ। ਉਹਨਾਂ ਨੇ ਵੀ ਦਰਿਆ ਦੇ ਉਸ ਪਰਲੇ ਪਾਸੇ ਜਾਣਾ ਸੀ। ਹੁਣ ਇੱਕੋ ਹੀ ਉਹੀ ਗੱਡੀ ਦੀ ਲਾਈਨ ਸੀ, ਉਹੋ ਹੀ ਪੁਲ ਸੀ। ਸੋ ਸਾਰੇ ਜਣੇ ਉਸ ਪੁਲ ਤੋਂ ਉੱਤੋਂ ਤੁਰ ਪਏ। ਹੁਣ ਸਰਦਾਰ ਲਹਿੰਬਰ ਸਿੰਘ ਜਿਹੜੇ ਸੀ ਉਹ ਤਾਂ ਫੌਜੀ ਸੀ ਔਰ ਫੌਜ ਦੇ ਵਿੱਚ ਜਿਹੜੇ ਜਵਾਨ ਹੁੰਦੇ ਨੇ ਉਹਨਾਂ ਦੀ ਜਿਹੜੀ ਸਪੀਡ ਕੁਝ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਸੋ ਸਰਦਾਰ ਲਹਿੰਬਰ ਸਿੰਘ ਜੀ ਸਭ ਤੋਂ ਅੱਗੇ ਅੱਗੇ ਤੁਰ ਪਏ ਔਰ ਜਿਹੜੀਆਂ ਬੀਬੀਆਂ ਸੀ ਉਹਨਾਂ ਦੇ ਵਿੱਚ ਬੀਬੀ ਨਸੀਬ ਕੌਰ ਵੀ ਸੀ ਔਰ ਨਾਲ ਬੱਚਾ ਵੀ ਉਸਨੇ ਚੱਕਿਆ ਹੋਇਆ ਸੀ ਆਪਣਾ। ਉਹਨਾਂ ਬੀਬੀਆਂ ਦੇ ਨਾਲ ਪਿੱਛੇ ਪਿੱਛੇ ਉਸ ਲਾਈਨ ਦੇ ਉੱਤੇ ਤੁਰ ਰਹੀ ਸੀ। ਹੁਣ ਥੱਲੇ ਦਰਿਆ ਵਗਦਾ ਸੀ ਪਰ ਦਰਿਆ ਦੇ ਵਿੱਚ ਪਾਣੀ ਉਸ ਵੇਲੇ ਬਹੁਤ ਨਾ ਮਾਤਰ ਸੀ, ਬਹੁਤ ਘੱਟ ਸੀ। ਸੋ ਸਾਰੇ ਜਣੇ ਉਸ ਪੁਲ ਦੇ ਉੱਤੋਂ ਜਾ ਰਹੇ ਸੀ। ਲਹਿੰਬਰ ਸਿੰਘ ਜੀ ਬਹੁਤ ਅੱਗੇ ਸੀ ਔਰ ਲਹਿੰਬਰ ਸਿੰਘ ਹੋਣਾ ਨੂੰ ਕੀ ਹੋਇਆ ਕਿ ਜ਼ਿਆਦਾ ਸਪੀਡ ਤੁਰਨ ਦੀ ਤੇਜ਼ ਹੋਣ ਖਾਤਰ ਉਹ ਪਹਿਲਾਂ ਹੀ ਪੁਲ ਦੇ ਦੂਸਰੇ ਪਾਸੇ ਪਹੁੰਚ ਗਏ। ਉਹ ਤਾਂ ਦੂਸਰੇ ਪਾਸੇ ਪਹੁੰਚ ਗਏ ਪਰ ਜਿਹੜੀ ਉਹਨਾਂ ਦੀ ਬੀਬੀ ਨਸੀਬ ਕੌਰ ਉਹਨਾਂ ਦੇ ਘਰੋਂ ਸੀ ਔਰ ਨਾਲ ਤਿੰਨ ਬੀਬੀਆਂ ਹੋਰ ਸੀ, ਉਹ ਜੇ ਉਸ ਲਾਈਨ ਦੇ ਅੱਧ ਵਿਚਕਾਰ ਸੀ। ਜਦੋਂ ਅੱਧ ਵਿਚਕਾਰ ਸੀ ਤਾਂ ਕੀ ਹੋਇਆ ਕਿ ਮਗਰੋਂ ਗੱਡੀ ਦਾ ਹੌਰਨ ਵੱਜ ਗਿਆ, ਭਾਵ ਕਿ ਪਿੱਛੋਂ ਰੇਲ ਗੱਡੀ ਆ ਰਹੀ ਹੈ। ਹੁਣ ਲਹਿੰਬਰ ਸਿੰਘ ਜਿਹੜੇ ਦੂਸਰੇ ਪਾਸੇ ਪਹੁੰਚ ਚੁੱਕੇ ਸੀ, ਉਹਨਾਂ ਨੇ ਵੀ ਹੌਰਨ ਗੱਡੀ ਦਾ ਸੁਣਿਆ ਤਾਂ ਦੇਖ ਕੇ ਮਨ ਬੜਾ ਵਿਚਲਿਤ ਹੋ ਗਿਆ ਕਿ ਅਜੇ ਤੱਕ ਮੇਰੀ ਘਰਵਾਲੀ, ਮੇਰਾ ਬੱਚਾ ਔਰ ਉਹ ਤਿੰਨ ਬੀਬੀਆਂ ਵੀ ਨਾਲ ਨੇ। ਉਹ ਸਾਰੇ ਜਣੇ ਜਿਹੜਾ ਪੁਲ ਸੀ ਗੱਡੀ ਦਾ ਉਸਦੇ ਅੱਧ ਵਿਚਕਾਰ ਸੀ। ਤੋ ਲਹਿੰਬਰ ਸਿੰਘ ਜੀ ਕਹਿੰਦੇ, ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ, ਮੈਂ ਤਾਂ ਉਸ ਵੇਲੇ ਅੱਖਾਂ ਮੀਟ ਲਈਆਂ ਕਿ ਹੁਣ ਪਤਾ ਨਹੀਂ ਕੀ ਹੋਣ ਵਾਲਾ।
ਹੁਣ ਇਹਨਾਂ ਵਿੱਚੋਂ ਕੋਈ ਬਚੇਗਾ ਜਾਂ ਨਹੀਂ ਬਚੇਗਾ। ਔਰ ਇੱਧਰ ਬੀਬੀ ਨਸੀਬ ਕੌਰ ਵੀ ਔਰ ਲਹਿੰਬਰ ਸਿੰਘ ਵੀ। ਉਸੇ ਵੇਲੇ ਸਵਾਮੀ ਸਰਬਣਦਾਸ ਮਹਾਰਾਜ ਜੀ ਦੀ ਯਾਦ ਆਈ ਕਿ ਮਹਾਰਾਜ ਜੀ ਇਸ ਵੇਲੇ ਸਾਡੀ ਰੱਖਿਆ ਕਰਨ ਵਾਲੇ ਤੁਸੀਂ ਹੋ। ਤਾਂ ਹੋਇਆ ਕਿ ਜਦੋਂ ਗੱਡੀ ਬਹੁਤ ਨਜ਼ਦੀਕ ਆ ਗਈ ਤਾਂ ਜਿਹੜੀਆਂ ਨਾਲ ਦੀਆਂ ਬੀਬੀਆਂ ਸੀ, ਨਸੀਬ ਕੌਰ ਜੀ ਦੇ ਨਾਲ ਜਿਹੜੀਆਂ 3 ਬੀਬੀਆਂ ਸੀ, ਉਹਨਾਂ ਨੇ ਦਰਿਆ ਦੇ ਵਿੱਚ ਛਾਲਾਂ ਮਾਰ ਦਿੱਤੀਆਂ ਔਰ ਉਹ ਤਿੰਨੋਂ ਜਈਆਂ ਦਰਿਆ ਦੇ ਵਿੱਚ ਛਾਲਾਂ ਮਾਰ ਕੇ ਦਰਿਆ ਵਿੱਚ ਡਿੱਗ ਪਈਆਂ। ਪਰ ਬੀਬੀ ਨਸੀਬ ਕੌਰ ਨੇ ਮਹਾਰਾਜ ਸਰਬਣਦਾਸ ਨੂੰ ਚੇਤੇ ਕੀਤਾ। ਤਾਂ ਜਦੋਂ ਲਹਿੰਬਰ ਸਿੰਘ ਜੀ ਕਹਿੰਦੇ ਮੈਂ ਅੱਖਾਂ ਮੀਟ ਕੇ ਖੜਾ ਹੋ ਗਿਆ ਦੂਸਰੇ ਪਾਸੇ, ਤਾਂ ਮੇਰੇ ਕੋਲ ਦੀ ਗੱਡੀ ਨਿਕਲ ਗਈ। ਕਹਿੰਦੇ ਜਦੋਂ ਮੈਂ ਹੌਲੀ ਹੌਲੀ ਅੱਖਾਂ ਖੋਲੀਆਂ ਮੈਂ ਦੇਖਿਆ ਕਿ ਹੁਣ ਤਾਂ ਨਾ ਮੇਰਾ ਬੱਚਾ ਰਿਹਾ ਹੋਣਾ ਤੇ ਨਾ ਮੇਰੀ ਘਰ ਵਾਲੀ ਬਚੀ ਹੋਣੀ। ਪਰ ਕਹਿੰਦੇ ਜਦੋਂ ਮੈਂ ਅੱਖਾਂ ਖੋਲ ਕੇ ਦੇਖਿਆ ਤਾਂ ਕੀ ਹੋਇਆ ਕਿ ਬੂਝਿਆਂ ਦੇ ਕੋਲ, ਕਿਉਂਕਿ ਜਿਹੜੀ ਗੱਡੀ ਦੀ ਲਾਈਨ ਹੁੰਦੀ ਆਮ ਤੌਰ ਤੇ ਉਹਦੇ ਆਲੇ ਦੁਆਲੇ ਬੂਝੇ ਸਾਨੂੰ ਦੇਖਣ ਨੂੰ ਬਹੁਤ ਮਿਲਦੇ ਨੇ। ਉਹਨਾਂ ਬੂਝਿਆਂ ਦੇ ਵਿੱਚ ਕਹਿੰਦੇ ਮੇਰਾ ਬੱਚਾ ਵੀ ਪਿਆ ਔਰ ਮੇਰੀ ਘਰ ਵਾਲੀ ਵੀ ਉੱਥੇ ਡਿੱਗੀ ਪਈ ਹੈ। ਜਦੋਂ ਮੈਂ ਉਸ ਨੂੰ ਫਟਾਫਟ ਹਿਲਾ ਕੇ ਦੇਖਿਆ ਤਾਂ ਉਹ ਉੱਠ ਕੇ ਮੈਂ ਪੁੱਛਿਆ ਕਿ ਤੁਸੀਂ ਦੋਨੋਂ ਠੀਕ ਠਾਕ ਹੋ। ਗੱਡੀ ਤਾਂ ਬਿਲਕੁਲ ਤੁਹਾਡੇ ਉੱਪਰ ਆ ਚੜੀ ਸੀ, ਕਿਉਂਕਿ ਉਹ ਗੱਡੀ ਦੀ ਜਿਹੜੀ ਲਾਈਨ ਸੀ ਉਸ ਦੇ ਅੱਧ ਵਿਚਕਾਰ ਅਜੇ ਸੀਗੇ। ਸੋ ਇੰਨੇ ਸਕਿੰਟਾਂ ਦੇ ਵਿੱਚ ਇਸੇ ਕਿਸ ਤਰ੍ਹਾਂ ਪਹੁੰਚ ਸਕਦੇ ਸੀ। ਤਾਂ ਬੀਬੀ ਨਸੀਬ ਕੌਰ ਕਹਿਣ ਲੱਗੀ ਕਿ ਕਹਿੰਦੀ ਮੈਂ ਸਵਾਮੀ ਸਰਬਣਦਾਸ ਮਹਾਰਾਜ ਜੀ ਨੂੰ ਉਸ ਵੇਲੇ ਯਾਦ ਕੀਤਾ ਸੀ ਕਿ ਮਹਾਰਾਜ ਜੀ ਇਸ ਵੇਲੇ ਸਾਡੀ ਰੱਖਿਆ ਕਰੋ, ਸਾਡੇ ਤਾਂ ਸਭ ਕੁਝ ਤੁਸੀਂ ਹੋ। ਤਾਂ ਉਸੇ ਵੇਲੇ ਕਹਿੰਦੀ ਮਹਾਰਾਜ ਸਵਾਮੀ ਸਰਬਣਦਾਸ ਜੀ ਪ੍ਰਗਟ ਹੋ ਗਏ ਔਰ ਮਗਰ ਪਿੱਛੇ ਕਹਿੰਦੀ ਮੇਰੀ ਢੂਈ ਦੇ ਉੱਤੇ, ਮੇਰੀ ਪਿੱਠ ਦੇ ਉੱਤੇ ਉਹਨਾਂ ਨੇ ਆਪਣਾ ਖੁੰਡਾ ਲਾ ਦਿੱਤਾ ਔਰ ਖੁੰਡਾ ਲਾ ਕੇ ਕਹਿੰਦੇ ਮੈਨੂੰ ਕਹਿਣ ਲੱਗੇ ਤੂੰ ਤੁਰੀ ਚੱਲ ਨਸੀਬ ਕੌਰੇ, ਪਿੱਛੇ ਮੁੜ ਕੇ ਨਾ ਦੇਖੀ। ਕਹਿੰਦੀ ਮੈਂ ਬਸ ਮੈਨੂੰ ਪਤਾ ਹੀ ਨਹੀਂ ਲੱਗਾ, ਮਹਾਰਾਜ ਜੀ ਨੇ ਮੈਨੂੰ ਇੰਨੀ ਗੱਲ ਕਹੀ ਕਿ ਨਸੀਬ ਕੌਰੇ ਤੁਰੀ ਚੱਲ। ਮੈਂ ਕਹਿੰਦੀ ਤੁਰਦੀ ਤੁਰਦੀ ਮੈਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਆ ਕੇ ਮੈਂ ਨਾ ਬੂਝਿਆਂ ਦੇ ਵਿੱਚ ਡਿੱਗ ਪਈ ਔਰ ਗੱਡੀ ਕਿਹੜੇ ਵੇਲੇ ਨਿਕਲ ਗਈ। ਸਵਾਮੀ ਸਰਬਣਦਾਸ ਮਹਾਰਾਜ ਜੀ ਨੇ ਸਾਨੂੰ ਤਾਂ ਬਚਾ ਲਿਆ। ਸੋ ਲਹਿੰਬਰ ਸਿੰਘ ਜੀ ਕਹਿੰਦੇ ਬੜੀ ਹੈਰਾਨਗੀ ਦੀ ਗੱਲ, ਮੈਂ ਵੀ ਕਹਿੰਦੇ ਬਹੁਤ ਹੈਰਾਨ ਹੋਇਆ। ਚੇਤੇ ਤਾਂ ਮੈਂ ਵੀ ਮਹਾਰਾਜ ਜੀ ਨੂੰ ਕੀਤਾ ਔਰ ਮਹਾਰਾਜ ਜੀ ਦੇਖੋ ਆਪਣੇ ਸੇਵਕਾਂ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਬਚਾਉਣ ਲਈ ਉਸੇ ਵੇਲੇ ਪ੍ਰਗਟ ਹੋ ਗਏ। ਸੋ ਦੋਨੋਂ ਜੀ ਜਿਹੜੇ ਸੀ ਉਹ ਸਵਾਮੀ ਸਰਬਣਦਾਸ ਮਹਾਰਾਜ ਜੀ ਨੂੰ ਨਮਸਕਾਰਾਂ ਕਰਨ ਲੱਗੇ ਔਰ ਉਹ ਜਿਹੜੀਆਂ 3 ਬੀਬੀਆਂ ਨਾਲ ਸੀ ਜਿਨ੍ਹਾਂ ਨੇ ਦਰਿਆ ਦੇ ਵਿੱਚ ਛਾਲਾਂ ਮਾਰੀਆਂ ਸੀ, ਉਹਨਾਂ ਵਿਚਾਰੀਆਂ ਦੇ ਬਹੁਤ ਸੱਟਾਂ ਲੱਗੀਆਂ। ਕਿਸੇ ਦੀ ਬਾਂਹ ਟੁੱਟੀ ਔਰ ਇੱਕ ਦਾ ਚੂੜਾ ਵੀ ਟੁੱਟਿਆ ਦੱਸਦੇ ਸੀ। ਪਰ ਉਹ ਦੋਨੋਂ ਜੀ ਸਹੀ ਸਲਾਮਤ ਠੀਕ ਠਾਕ ਮਹਾਰਾਜ ਸਰਬਣਦਾਸ ਜੀ ਨੂੰ ਚੇਤੇ ਕਰਦੇ ਕਰਦੇ ਉਹ ਕੁਟੀਆ ਵੱਲ ਨੂੰ ਚਾਲੇ ਪਾ ਦਿੱਤੇ। ਹੁਣ ਜਦੋਂ ਸਵਾਮੀ ਸਰਬਣਦਾਸ ਮਹਾਰਾਜ ਜੀ ਦੇ ਕੋਲ ਪਹੁੰਚੇ ਤਾਂ ਜਾ ਕੇ ਜਦੋਂ ਲਹਿੰਬਰ ਸਿੰਘ ਜੀ ਕਹਿੰਦੇ ਕਿ ਮੈਂ ਮਹਾਰਾਜ ਸਰਬਣਦਾਸ ਜੀ ਕੁਰਸੀ ਦੇ ਉੱਤੇ ਆਪਣੀ ਦੇ ਬਿਰਾਜਮਾਨ ਸੀ, ਜਾ ਕੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖਿਆ, ਨਮਸਕਾਰ ਕੀਤੀ ਤਾਂ ਮਹਾਰਾਜ ਜੀ ਨੇ ਕਹਿੰਦੇ ਮੇਰੇ 2-3 ਹੂਰੇ ਮਾਰੇ। ਕਹਿੰਦੇ ਤੈਨੂੰ ਇਹ ਨਹੀਂ ਪਤਾ ਓਏ ਆਪ ਅੱਗੇ ਅੱਗੇ ਤੁਰਿਆ ਜਾਣਾ ਕਿ ਪਿੱਛੇ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ ਕਿਵੇਂ ਖਿਆਲ ਰੱਖਣਾ। ਸੋ ਗੁਰੂ ਸਵਾਮੀ ਸਰਬਣਦਾਸ ਮਹਾਰਾਜ ਜੀ ਨੂੰ ਉੱਥੇ ਬੈਠਿਆਂ ਹੀ ਸਾਰਾ ਕੁਝ ਪਤਾ ਸੀ ਕਿ ਸਾਡੇ ਜਿਹੜੇ ਸੇਵਕ ਨੇ ਉਹ ਇਸ ਵੇਲੇ ਸੰਕਟ ਦੇ ਵਿੱਚ ਆ ਚੁੱਕੇ ਨੇ। ਸੋ ਦੇਖੋ ਕਿਸ ਤਰ੍ਹਾਂ ਮਹਾਰਾਜ ਜੀ ਤਾਂ ਆਪ ਕੁਟੀਆ ਦੇ ਵਿੱਚ ਬਿਰਾਜਮਾਨ ਨੇ, ਪਰ ਜਦੋਂ ਨਸੀਬ ਕੌਰ ਬੀਬੀ ਨੇ ਚੇਤੇ ਕੀਤਾ ਤਾਂ ਉਸੇ ਵੇਲੇ ਉੱਥੇ ਪਹੁੰਚ ਕੇ ਉਹਦੀ ਵੀ ਔਰ ਉਸਦੇ ਬੱਚੇ ਦੀ ਵੀ ਰੱਖਿਆ ਕੀਤੀ। ਔਰ ਕਿੱਡੀ ਵੱਡੀ ਘਟਨਾ ਇਹ, ਕਿਉਂਕਿ ਇਹੋ ਜਿਹੇ ਮਹਾਨ ਮਹਾਪੁਰਸ਼ ਜਿਹੜੇ ਹੁੰਦੇ ਨੇ ਆਪਣੇ ਸੇਵਕਾਂ ਦੇ ਹਰ ਵੇਲੇ ਨਾਲ ਰਹਿੰਦੇ ਨੇ। ਇਸੇ ਕਰਕੇ ਕਹਿੰਦੇ ਨੇ ਜਿਹੜੇ ਪੂਰੇ ਗੁਰੂ ਹੁੰਦੇ ਨੇ, ਸਮਰੱਥ ਗੁਰੂ ਹੁੰਦੇ ਨੇ, ਉਹ ਹਰ ਵੇਲੇ ਆਪਣੇ ਸੇਵਕਾਂ ਦੇ ਨਾਲ ਹੀ ਰਹਿੰਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਸਰਦਾਰ ਲਹਿੰਬਰ ਸਿੰਘ ਜੀ ਜਦੋਂ ਇਹ ਘਟਨਾ ਕਦੀ ਮੈਨੂੰ ਸੁਣਾਉਂਦੇ ਹੁੰਦੇ ਸੀ ਤਾਂ ਕਦੀ ਅੱਖਾਂ ਦੇ ਵਿੱਚੋਂ ਪਾਣੀ ਵੀ ਆ ਜਾਂਦਾ ਸੀ, ਕਿਉਂਕਿ ਬਰਾਗ ਦੇ ਵਿੱਚ ਆ ਕੇ ਮਹਾਰਾਜ ਜੀ ਨੂੰ ਯਾਦ ਕਰਦੇ ਹੁੰਦੇ ਸੀ ਕਿ ਸਾਧੂ ਤਾਂ ਕਹਿਣਾ ਕਿ ਮੈਂ ਬਹੁਤ ਦੇਖੇ ਨੇ। ਇਹ ਸਰਦਾਰ ਲਹਿੰਬਰ ਸਿੰਘ ਜੀ ਗੱਲ ਮੈਨੂੰ ਖੁਦ ਕਿਹਾ ਕਰਦੇ ਸੀ, ਮੈਂ ਉਹਨਾਂ ਦੇ ਨਾਲ ਬਹੁਤ ਸਾਰਾ ਸਮਾਂ ਗੁਜ਼ਾਰਿਆ। 5-7 ਸਾਲ ਲਗਾਤਾਰ ਮੈਂ ਸਰਦਾਰ ਲਹਿੰਬਰ ਸਿੰਘ ਉਹਨਾਂ ਦੇ ਨਾਲ ਖੁਦ ਗੁਜ਼ਾਰੇ ਨੇ। ਔਰ ਉਹਨਾਂ ਨੇ ਕਹਿਣਾ ਯਾਦ ਕਰਨਾ ਔਰ ਕਦੀ ਆਪਣੀਆਂ ਅੱਖਾਂ ਤੋਂ ਅਥਰੂ ਕੇੜਦੇ ਨੇ, ਕਹਿਣਾ ਕਿ ਮੈਂ ਸਾਧੂ ਤਾਂ ਦੁਨੀਆ ਦੇ ਉੱਤੇ ਬਹੁਤ ਦੇਖੇ, ਪਰ ਸਵਾਮੀ ਸਰਬਣਦਾਸ ਵਰਗਾ ਸਾਧੂ ਕਹਿੰਦੇ ਮੈਂ ਕੋਈ ਨਹੀਂ ਦੇਖਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜਿਹੇ ਸਾਧੂਆਂ ਦੇ ਚਰਨਾਂ ਦੇ ਵਿੱਚ ਕੋਟ ਨਮਸਕਾਰ ਆਖੋ ਜੀ। ਜੈ ਗੁਰਦੇਵ, ਧੰਨ ਗੁਰਦੇਵ, ਸਤਨਾਮ 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 ਜੀ।